2010 ਤੋਂ ਬਾਅਦ ਜਦੋਂ ਆਪਾਂ ਖਾਲਿਸਤਾਨ ਤਹਿਰੀਕ ਨੂੰ ਵੇਖਦੇ ਹਾਂ ਤਾਂ ਇਹ ਤਹਿਰੀਕ ਕਿਸੇ ਜੰਗੀ ਮੈਦਾਨ ਵਿੱਚ ਮੌਜੂਦ ਨਹੀਂ ਸੀ, ਨਾ ਪੰਜਾਬ ਦੇ ਖੇਤਾਂ ਦੇ ਵਿੱਚ, ਨਾ ਜੰਗਲਾਂ ਦੇ ਵਿੱਚ। ਖਾਲਿਸਤਾਨ ਤਹਿਰੀਕ ਨੂੰ ਜ਼ਿੰਦਾ ਰੱਖਣ ਵਾਲੇ ਜ਼ਿਆਦਾਤਰ ਲੋਕ ਉਹ ਸੀ ਜਿਹੜੇ ਖੁਦ 90 ਦੀ ਦਹਾਈ ਦਾ ਹਿੱਸਾ ਨਹੀਂ ਸੀ ਔਰ ਜਿਨ੍ਹਾਂ ਨੇ ਖਾਲਿਸਤਾਨ ਨੂੰ ਬੰਦੂਕ ਦੇ ਨਾਲ ਨਹੀਂ ਬਲਕਿ ਇੱਕ ਕਹਾਣੀ ਦੇ ਤੌਰ ਤੇ ਜਾਨਣਾ ਸ਼ੁਰੂ ਕੀਤਾ। ਔਰ ਇਹ ਸਵਾਲ ਜਿਹੜਾ ਉਹ ਚੁੱਕਦੇ ਸੀ ਕਿ ਅਗਰ 1984 ਤੋਂ ਲੈ ਕੇ 90 ਦੀ ਦਹਾਈ ਤੱਕ ਹਜ਼ਾਰਾਂ ਸਿੱਖ ਮਾਰੇ ਗਏ, 2020 ਤੋਂ ਬਾਅਦ ਜਿਹੜਾ ਉਹ ਬਹੁਤ ਸਾਰੇ ਰੈਫਰੈਂਡਮਸ ਜਿਹੜੇ ਨੇ ਉਹਨਾਂ ਦਾ ਤਸਵੁਰ ਵੀ ਸਾਹਮਣੇ ਆਇਆ। ਇਹ ਕੋਈ ਮੁਸੱਲਾ ਤਹਿਰੀਕ ਨਹੀਂ ਸੀ ਬਲਕਿ ਸਰੇਆਮ ਹੋਣ ਵਾਲੇ ਪੋਲਿੰਗ ਇਵੈਂਟਸ ਸੀ ਜਿਨ੍ਹਾਂ ਨੇ ਜ਼ਿਆਦਾਤਰ ਬੈਰੂਨੇ ਮੁਲਕ ਜਿਹੜੀ ਸਿੱਖ ਕਮਿਊਨਿਟੀਜ਼ ਨੇ ਨਾ ਉਹਨਾਂ ਨੂੰ ਕਾਫੀ ਹੱਦ ਤੱਕ ਮੁਨਜ਼ਮ ਵੀ ਕੀਤਾ। ਡਿਜੀਟਲ ਖਾਲਿਸਤਾਨ ਜਿਹੜਾ ਕਿ ਕਿਸੇ ਚੀਜ਼ ਦਾ ਪਾਬੰਦ ਨਹੀਂ ਹੈਗਾ ਸੀ ਤੇ ਖਾਲਿਸਤਾਨ ਦੀ ਤਹਿਰੀਕ ਕਿਸੇ ਇੱਕ ਲੀਡਰ ਦੇ ਜ਼ੇਰੇ ਅਸਰ ਨਹੀਂ ਹੈਗੀ ਸੀ। ਤਹਿਰੀਕ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਜੜ੍ਹਾਂ ਕਾਫੀ ਹੱਦ ਤੱਕ ਮਜ਼ਬੂਤ ਕਰ ਚੁੱਕੀ ਸੀ। ਔਰ ਕੀ ਖਾਲਿਸਤਾਨ ਦੀ ਤਾਰੀਖ ਨੂੰ, ਖਾਲਿਸਤਾਨ ਦੀ ਹਿਸਟਰੀ ਨੂੰ ਇਮਾਨਦਾਰੀ ਨਾਲ ਦਿਖਾਇਆ ਜਾ ਰਿਹਾ ਹੈ? बिस्मिल्लाहिर्रहमानिर्रहीम, अस्सलाम वालेकुम ते सत श्री अकाल। जिन्हें भी मेरे देखने वाले हैगे ने तुसीं देख रहे हो अपना यूट्यूब चैनल शमाइला नियाज़ ऑफिशियल और मैं हां तुहाडी मेज़बान शमाइला नियाज़। वैसे जिहड़े उधरले पंजाब वाले हैगे साडे चढ़दे पंजाब वाले इन्हां तां मैनूं दसो जरा कि तुहाडे वाले पासे ठंड दी वैसे की सूरत हाल है। साडे इत्थे लाहौर दे विच पंजाब दे विच ना ਉਹ ਨਾ ਕੋਈ ਠੰਡ ਦਾ ਹਿਸਾਬ ਕਿਤਾਬ ਪਤਾ ਲੱਗਦਾ ਪਿਆ ਨਾ ਗਰਮੀ ਦਾ ਪਤਾ ਲੱਗਦਾ ਪਿਆ। ਦਿਨੇ ਜਦੋਂ ਉੱਠਦੇ ਆ ਤੇ ਗਰਮੀ ਲੱਗਣ ਲੱਗ ਪੈਂਦੀ ਹੈ, ਰਾਤ ਜਦੋਂ ਪੈਂਦੀ ਹੈ ਤੇ ਮਾੜੀ ਮਾੜੀ ਠੰਡ ਲੱਗਣਾ ਸ਼ੁਰੂ ਹੋ ਜਾਂਦੀ ਹੈ। ਉਧਰਲੇ ਪੰਜਾਬ ਦੀ ਜਿਹੜੀ ਮੌਸਮ ਦੀ ਸੂਰਤ ਹਾਲ ਹੈ ਉਹ ਦੱਸੋ ਕੀ ਹੈ। ਔਰ ਦੂਸਰਾ ਇਹ ਕਿ ਅੱਜ ਦਾ ਆਪਾਂ ਖਾਲਿਸਤਾਨ ਸੀਰੀਜ਼ ਦਾ ਐਪੀਸੋਡ ਜਿਹੜਾ 7 ਹੈ ਉਹ ਰਿਕਾਰਡ ਕਰਨਾ ਹੈ ਤੇ ਐਪੀਸੋਡ 7 ਜਿਹੜਾ ਹੈ ਐਪੀਸੋਡ 7 ਕਰਦੇ ਆ ਸ਼ੁਰੂ। तो देखण वालिओ 2010 तो बाद ਜਦੋਂ ਆਪਾਂ ਖਾਲਿਸਤਾਨ ਤਹਿਰੀਕ ਨੂੰ ਵੇਖਦੇ ਹਾਂ ਤਾਂ ਸਭ ਤੋਂ ਪਹਿਲੇ ਇਹ ਚੀਜ਼ ਸਮਝਣਾ ਬੜੀ ਜ਼ਰੂਰੀ ਹੈ ਕਿ ਇਹ ਤਹਿਰੀਕ ਕਿਸੇ ਜੰਗੀ ਮੈਦਾਨ ਵਿੱਚ ਮੌਜੂਦ ਨਹੀਂ ਸੀ, ਨਾ ਪੰਜਾਬ ਦੇ ਖੇਤਾਂ ਦੇ ਵਿੱਚ, ਨਾ ਜੰਗਲਾਂ ਦੇ ਵਿੱਚ, ਨਾ ਪੁਲਿਸ ਨਾਕਿਆਂ ਦੇ ਉੱਤੇ। ਇਹ ਤਹਿਰੀਕ ਉਸ ਦੌਰ ਦੇ ਵਿੱਚ ਹੁਣ 2010 ਤੋਂ ਬਾਅਦ ਇੱਕ ਆਲਮੀ ਸਿਆਸੀ ਤੇ ਨਜ਼ਰੀਆਤੀ ਫੇਜ਼ਸ ਦੇ ਵਿੱਚ ਦਾਖਲ ਹੋ ਚੁੱਕੀ ਸੀ। ਔਰ ਇਹ ਉਹ ਦੌਰ ਸੀ ਜਦੋਂ ਖਾਲਿਸਤਾਨ ਤਹਿਰੀਕ ਨੂੰ ਜ਼ਿੰਦਾ ਰੱਖਣ ਵਾਲੇ ਜ਼ਿਆਦਾਤਰ ਲੋਕ ਉਹ ਸੀ ਜਿਹੜੇ ਖੁਦ 90 ਦੀ ਦਹਾਈ ਦਾ ਹਿੱਸਾ ਨਹੀਂ ਸੀ, ਸਮਝੇ, ਬਲਕਿ ਇਹ ਇੱਕ ਨਵੀਂ ਨਸਲ ਸੀ। ਉਹ ਸਿੱਖ ਨੌਜਵਾਨ ਜਿਹੜੇ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ ਔਰ ਯੂਰਪ ਦੇ ਵਿੱਚ ਪੈਦਾ ਹੋਏ ਸੀ, ਉੱਥੇ ਵੱਡੇ ਹੋਏ ਸੀ ਔਰ ਜਿਨ੍ਹਾਂ ਨੇ ਖਾਲਿਸਤਾਨ ਨੂੰ ਬੰਦੂਕ ਦੇ ਨਾਲ ਨਹੀਂ ਬਲਕਿ ਇੱਕ ਕਹਾਣੀ ਦੇ ਤੌਰ ਤੇ ਜਾਨਣਾ ਸ਼ੁਰੂ ਕੀਤਾ। ਇਹਨਾਂ ਨੌਜਵਾਨਾਂ ਵਾਸਤੇ ਖਾਲਿਸਤਾਨ ਕੋਈ ਫੌਰੀ ਤੌਰ ਤੇ ਰਿਆਸਤੀ ਮਨਸੂਬਾ ਨਹੀਂ ਸੀ ਬਲਕਿ ਇੱਕ ਨਾਮੁਕੰਮਲ ਇਨਸਾਫ ਦੀ ਅਲਾਮਤ ਸੀ। ਔਰ ਇਹ ਸਵਾਲ ਜਿਹੜਾ ਉਹ ਚੁੱਕਦੇ ਸੀ ਕਿ ਅਗਰ 1984 ਤੋਂ ਲੈ ਕੇ 90 ਦੀ ਦਹਾਈ ਤੱਕ ਹਜ਼ਾਰਾਂ ਸਿੱਖ ਮਾਰੇ ਗਏ, ਬਹੁਤ ਸਾਰੇ ਸਿੱਖ ਲਾਪਤਾ ਹੋਏ, ਅਗਰ ਇਜਤਮਾਈ ਕਬਰਾਂ ਜਿਹੜੀਆਂ ਨੇ ਉਹ ਦਰਿਆਫਤ ਹੋਈਆਂ, ਅਗਰ ਇਨਸਾਨੀ ਹਕੂਕ ਦੀਆਂ ਖਿਲਾਫ ਵਰਜ਼ੀਆਂ ਹੋਈਆਂ ਤੇ ਉਹਨਾਂ ਦਾ ਮੁਕੰਮਲ ਇਹਤਸਾਬ ਜਿਹੜਾ ਹੈ ਉਹ ਅੱਜ ਤੱਕ ਕਿਉਂ ਨਹੀਂ ਹੋਇਆ? ਆ ਸੀ ਸਵਾਲ ਬੇਸਿਕਲੀ, ਕਿਉਂ ਕੁਐਸਚਨ ਮਾਰਕ, ਕਿਉਂ ਨਹੀਂ ਹੋਇਆ? ਇਹ ਨੌਜਵਾਨ ਨਸਲ ਸਵਾਲ ਪੁੱਛਦੀ ਪਈ ਸੀ ਔਰ ਇਹ ਉਹ ਸਵਾਲ ਸੀ ਜਿਹਨੇ ਖਾਲਿਸਤਾਨ ਦੀ ਤਹਿਰੀਕ ਨੂੰ ਇੱਕ ਦੁਨੀਆ ਦੇ ਸਾਹਮਣੇ ਨਵਾਂ ਫਰੇਮ ਜਿਹੜਾ ਨਾ ਉਹ ਦੇ ਦਿੱਤਾ। ਬੱਲੇ ਉਹ ਭਾਰਤੀ ਹਕੂਮਤ ਤੇ ਇਸ ਤਹਿਰੀਕ ਨੂੰ ਦਬਾਉਣ ਦੀ ਮੁਕੰਮਲ ਤੌਰ ਤੇ ਕੋਸ਼ਿਸ਼ ਕੀਤੀ ਗਈ। ਇਸ ਨਵੀਂ ਨਸਲ ਨੇ ਇੱਕ ਨਵਾਂ ਫਰੇਮ ਜਿਹੜਾ ਨਾ ਉਹ ਦੇਣਾ ਸ਼ੁਰੂ ਕਰ ਦਿੱਤਾ ਪੂਰੀ ਦੁਨੀਆ ਨੂੰ। ਔਰ 2010 ਤੋਂ ਬਾਅਦ ਖਾਲਿਸਤਾਨ ਦਾ ਬਿਆਨੀਆ ਵਾਜ਼ੇ ਤੌਰ ਤੇ 3 ਸਤੂਨਾਂ ਦੇ ਉੱਤੇ ਖੜਾ ਹੋਇਆ ਨਜ਼ਰ ਆਇਆ। ਉਹ 3 ਸਤੂਨ ਕਿਹੜੇ ਸੀ? ਪਹਿਲਾ ਯਾਦਾਸ਼ਤ, ਦੂਸਰਾ ਇਨਸਾਨੀ ਹਕੂਕ ਤੇ ਤੀਜਾ ਹੱਕੇ ਖੁਦ ਇਰਾਦੀਅਤ। ਇਸ ਦੌਰ ਦੇ ਵਿੱਚ ਸਿੱਖ ਫॉर ਜਸਟਿਸ ਵਰਗੀਆਂ ਤਨਜ਼ੀਮਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਖਾਲਿਸਤਾਨ ਦੇ ਤਸੱਵੁਰ ਨੂੰ ਇੱਕ ਕਾਨੂੰਨੀ ਔਰ ਇੱਕ ਸਿਆਸੀ ਜ਼ੁਬਾਨ ਦਿੱਤੀ। ਉਹਨਾਂ ਦਾ ਮੌਕਫ ਇਹ ਸੀ ਕਿ ਅਗਰ ਕਿਸੇ ਕੌਮ ਦੇ ਨਾਲ ਮੁਨਜ਼ਮ ਨਾਇਨਸਾਫੀ ਹੋਈ ਹੈ ਤੇ ਉਹਨੂੰ ਬੈਨ ਅਲ-ਅਕਵਾਮੀ ਕਾਨੂੰਨ ਦੇ ਤਹਿਤ ਆਪਣੀ ਰਾਏ ਦੇਣ ਦਾ ਹੱਕ ਹੋਣਾ ਚਾਹੀਦਾ ਹੈ। ਔਰ ਇਹ ਬਿਆਨੀਆ ਰਿਆਸਤੀ ਸਰਹੱਦਾਂ ਤੋਂ ਨਿਕਲ ਕੇ, ਯਾਨੀ ਇੱਕ ਬਾਉਂਡਰੀ ਤੋਂ ਨਿਕਲ ਕੇ ਇੱਕ ਆਲਮੀ ਫੋਰਮਸ ਦੇ ਵਿੱਚ ਪਹੁੰਚ ਗਿਆ ਸੀ। ਇਸੇ ਤਨਾਜ਼ੁਰ ਦੇ ਵਿੱਚ 2020 ਤੋਂ ਬਾਅਦ ਜਿਹੜਾ ਉਹ ਬਹੁਤ ਸਾਰੇ ਰੈਫਰੈਂਡਮਸ ਜਿਹੜੇ ਨੇ ਉਹਨਾਂ ਦਾ ਤਸਵੁਰ ਵੀ ਸਾਹਮਣੇ ਆਇਆ। ਇਹ ਕੋਈ ਮੁਸੱਲਾ ਤਹਿਰੀਕ ਨਹੀਂ ਸੀ
ਬਲਕਿ ਸਰੇਆਮ ਹੋਣ ਵਾਲੇ ਪੋਲਿੰਗ ਇਵੈਂਟਸ ਸੀ, ਜਿਨ੍ਹਾਂ ਨੇ ਜ਼ਿਆਦਾਤਰ ਬੈਰੂਨੇ ਮੁਲਕ ਜਿਹੜੀ ਸਿੱਖ ਕਮਿਊਨਿਟੀਜ਼ ਨੇ ਨਾ ਉਹਨਾਂ ਨੂੰ ਕਾਫੀ ਹੱਦ ਤੱਕ ਮੁਨਜ਼ਮ ਵੀ ਕੀਤਾ। ਔਰ ਉਹਨਾਂ ਦਾ ਮਕਸਦ ਇਹ ਦਾਅਵਾ ਕਰਦਾ ਸੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਤਾਦਾਦ ਹਜੇ ਵੀ ਐਸੀ ਮੌਜੂਦ ਹੈਗੀ ਹੈ ਜਿਹੜੀ ਖਾਲਿਸਤਾਨ ਦੇ ਸਵਾਲ ਨੂੰ ਜ਼ਿੰਦਾ ਸਮਝਦੀ ਹੈ। ਇੱਥੇ ਇਸ ਚੀਜ਼ ਦੇ ਫੈਕਟ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਰੈਫਰੈਂਡਮਸ ਜਿਹੜੇ ਨੇ ਉਹ ਕਿਸੇ ਰਿਆਸਤੀ ਸਤਹ ਦੇ ਉੱਤੇ ਤਸਲੀਮਸ਼ੁਦਾ ਨਹੀਂ ਸੀ, ਕੋਈ ਨਹੀਂ ਮੰਨਦਾ ਸੀ, ਔਰ ਨਾ ਹੀ ਇਹਨਾਂ ਦੇ ਫੌਰੀ ਅਮਲੀ ਨਤਾਇਜ ਨਿਕਲੇ ਹੁਣ ਤੱਕ ਵੀ। ਲੇਕਿਨ ਇਹਨਾਂ ਦਾ ਅਸਲ ਅਸਰ ਅਲਾਮਤੀ ਤੇ ਸਿਆਸੀ ਸੀ। ਉਹਨਾਂ ਨੇ ਇਹ ਸਾਬਤ ਕੀਤਾ ਸੀ ਕਿ ਖਾਲਿਸਤਾਨ ਤਹਿਰੀਕ ਮੁਕੰਮਲ ਤੌਰ ਤੇ ਦਫਨ ਨਹੀਂ ਹੋਈ, ਬਲਕਿ ਖਾਲਿਸਤਾਨ ਤਹਿਰੀਕ ਦੀ ਇੱਕ ਸ਼ਕਲ ਬਦਲੀ ਹੈ। अगर भारत समझदा कि खालिस्तान की तहरीक खत्म कर दी है तो खालिस्तान की तहरीक खत्म नहीं हुई, बल्कि खालिस्तान की तहरीक नूं एक नवी शक्ल मिली है। भारतीय हुकूमत ने इस मरहले के उत्ते खालिस्तान तहरीक नूं बुनियादी तौर पर अपना एक बैरूनी मसला बना दिता और बैरूनी मसले के तौर पर पेश किया गया। सरकारी मौकिफ जिहड़ा ना वो ये रहा कि यह तहरीक जिहड़ी है ना वो चंद बैरूने मुल्क जिहड़े अनासर ने उन्हां दे जरिए जिंदा रखी जा रही है, और जबकि पंजाब के अंदर इस तरह की कोई गलबात नहीं हैगी और ना ही कोई ये वजूद नूं तस्लीम करता है। और इसी बुनियाद के उत्ते कई तंजीमां और कई अफराद नूं कानूनी कार्रवाइयां करते हुए, पाबंदियां लाते हुए और सफारती दबाव का एक सामना भी करना पैंदा सी। अच्छा, ये भी एक हकीकत है कि पंजाब के अंदर आम सिख आबादी की तरजीहात उस टाइम थोड़ियां मुख्तलिफ सी, क्योंकि ज़रात का बहरान भी हैगा सी, बेरोज़गारी भी हैगी सी, मनशियात भी सी, तालीम का मसला भी सी। ये सारे मसाइल जिहड़े ने वो ज़्यादातर फौरी ते रोज़मर्रा दे हैगे सी, और खालिस्तान का सवाल ज़्यादातर खामोशी विच गूंजदा सी या फिर निजी महफलों दे विच इहदा गलबात हुंदा सी, लेकिन अवामी सियासत दे विच इहदा जिक्र भारतीय पंजाब दे विच उस तरह नहीं हो रहा सी। लेकिन इहदा मतलब ये नहीं सी खालिस्तान की तहरीक खत्म हो गई है, मकसद बिल्कुल नहीं हैगा सी। ये दरअसल एक दो सतही तौर के उत्ते समझ लो कि एक हकीकत बनती जा रही सी। हकीकत की सी? दो परतां सी, इहदियां दो परतां दे विच ये समझ लो कि एक परत पंजाब दे अंदर खामोशी और दूजी परत बाहर दी दुनिया दे विच ये तहरीक मुतहरिक। ठीक है, दो परतां च चलदी पई सी। इसी दौरान एक बड़ी वड्डी चीज़ ये हुई कि सोशल मीडिया ने खालिस्तान की तहरीक नूं एक नया प्लेटफॉर्म दे दिता। वो प्लेटफॉर्म की सी जनाब? यूट्यूब, ट्विटर, इंस्टाग्राम। उत्थे नौजवान जिहड़े ने वो तारीख के उत्ते गलबात करन लग पे, इन्हां प्लेटफॉर्म्स के उत्ते वो सवाल चुकन लग पे जो कि उन्हां दे वालदैन जिहड़े ने वो कदी कदी बोल पैंदे सी, कदी छुपा दिंदे सी। लेकिन मसला ये हो गया कि जिहड़ा ये प्लेटफॉर्म सी इन्हें एक डिजिटल खालिस्तान की बुनियाद रखी। डिजिटल खालिस्तान जिहड़ा कि किसी चीज़ का पाबंद नहीं हैगा सी, ना सरहद का पाबंद सी और ना ही किसी वक्त का पाबंद सी। तो इदा कहां कि जी इस दौर दे विच यानी इस एपीसोड के इस हिस्से दे विच अगर आप इस तहरीक की गल करिए तो खालिस्तान की तहरीक किसी एक लीडर के जेरे असर नहीं हैगी सी। देखो ना कोई भिंडरावाला हैगा सी, ना कोई इस तहरीक का कोई मरकजी कमांडर सी, बल्कि ये एक गैर मरकजी मुंतशिर लेकिन जुड़ी हुई तहरीक बनती जा रही सी। ਇਹਦੀ क्यादत हुण बयानीए दे हाथ दे विच सी, ना कि किसी एक इंसान दे हाथ विच, यानी इनू बयानियां लैके चल रहा सी। और यही वजह है कि अज खालिस्तान तहरीक नू समझना आसान नहीं हैगा। ये ना मुकम्मल सियासी तहरीक है और ना ही महज एक याददाश्त की तहरीक है। ये एक सवाल है जो कि हर आने वाली नवी नस्ल अपने अंदाज दे विच मुसलसल पुछदी जा रही है। जिदा जिदा ये तहरीक खालिस्तान की तहरीक मुख्तलिफ फेजेस दे विच जा रही है ना, उदा उदा नवी नस्ल इहदे बारे सवालात भी चुकती जा रही है। लेकिन इस एपीसोड दे विच तहरीक पूरी दुनिया दे विच अपनियां जड़ां काफ़ी हद तक मजबूत कर चुकी सी। अज भी ये तहरीक किसी अंजाम ते तां नहीं पहुंची, लेकिन एक ऐसे मुकाम ते खड़ी जरूर है जिथे इनू लगदा है कि साडा मुस्तकबिल जिहड़ा है ना हुण बेहतर हो सकदा है। कि रियासत माजी का सामना करती है? कि रियासत इंसाफ की गल करती है? और कि खालिस्तान की तारीख नू, खालिस्तान की हिस्टरी नू ईमानदारी नाल दिखाया जा रहा है? ये एपीसोड जिहड़ा ना वो चीकण वास्ते नहीं हैगा, ये एपीसोड समझण वास्ते है। ये एपीसोड इल्ज़ाम लाउण वास्ते नहीं है, सवाल चुकण वास्ते है। क्योंकि इस एपीसोड विच खालिस्तान की नवी नस्ल ने, खालिस्तान की तहरीक दे विच नवे जिहड़े उभरदे हुए चेहरे सी नौजवान नस्ल, उन्होंने सवाल चुकना शुरू कर दिते। और यही सब तो वड्डी ताकत है। असल च इदां हुंदी है कि अपने पुराने वड्डे वडेरे कोई गल्लां करदे आंदे ने, फिर हौली 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 वो गल्लां मर खत्म पुत्म हो जांदियां ने।
ਨਵੀਂ ਨਸਲ ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੀ ਹੈ, ਲੇਕਿਨ ਖਾਲਿਸਤਾਨ ਦੀ ਨਵੀਂ ਨਸਲ ਨੇ ਸਵਾਲ ਚੁੱਕੇ ਔਰ ਆਪਣੀ ਸ਼ਨਾਖਤ ਦੇ ਉੱਤੇ ਮੁਸਲਸਲ ਸਵਾਲਾਤ ਚੁੱਕਦੀ ਪਈ ਹੈ, ਕਿਉਂਕਿ ਇਹ ਅੰਜਾਮ ਨਹੀਂ ਹੈ, ਇਹ ਇੱਕ ਮੌਜੂਦਾ ਮੁਕਾਮ ਹੈ। ਸੋ ਲਿਹਾਜ਼ਾ ਦੇਖਣ ਵਾਲਿਓ, ਐਪੀਸੋਡ 7 ਦਾ ਲੁੱਬੇ ਲੁਬਾਬ ਪਤਾ ਕੀ ਹੈ? ਇਹਦਾ ਲੁੱਬੇ ਲੁਬਾਬ ਇਹ ਹੈ ਕਿ ਤਾਰੀਖ ਵਿੱਚ ਕੁਝ ਤਹਿਰੀਕਾਂ ਮੰਜ਼ਿਲ ਦੇ ਉੱਤੇ ਨਹੀਂ, ਕੁਝ ਤਹਿਰੀਕਾਂ ਜਿਹੜੀਆਂ ਉਹ ਸਵਾਲ ਦੇ ਉੱਤੇ ਆ ਕੇ ਦੁਬਾਰਾ ਸ਼ੁਰੂ ਹੋ ਜਾਂਦੀਆਂ ਨੇ, ਖਤਮ ਨਹੀਂ ਹੁੰਦੀਆਂ। ਔਰ ਇੱਥੋਂ ਇੱਕ ਨਵੇਂ ਮੋੜ ਤੋਂ ਇਹ ਤਹਿਰੀਕ ਅੱਗੇ ਵਧਣਾ ਸ਼ੁਰੂ ਹੋ ਗਈ। ਔਰ ਇੱਥੇ ਅਗਰ ਮੈਂ ਆਪਣਾ ਜ਼ਾਤੀ ਤੌਰ ਤੇ ਐਨਾਲਿਸਿਸ ਪੇਸ਼ ਕਰਾਂ ਤੇ ਉਹ ਇਹੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਕਿ ਜ਼ੁਲਮ ਨਾਲ, ਜਬਰ ਨਾਲ ਖਾਲਿਸਤਾਨ ਦੀ ਤਹਿਰੀਕ ਨੂੰ ਮਿਟਾਉਣ ਦੀ, ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਤਹਿਰੀਕ ਉਨੀ ਮੁਤਹਰਿਕ ਹੋਈ ਔਰ ਇਹ ਹੁਣ ਆਪਣੇ ਬਿਆਨੀਏ ਦੇ ਜ਼ੋਰ ਤੇ, ਆਪਣੇ ਕਲਮ ਦੇ ਜ਼ੋਰ ਤੇ, ਆਪਣੇ ਜਿਹੜਾ ਵੀ ਡਿਜੀਟਲ ਮੀਡੀਆ ਪਲੇਟਫਾਰਮ ਮਿਲਿਆ ਹੋਇਆ ਹੈ ਉਹਦੇ ਜ਼ੋਰ ਦੇ ਉੱਤੇ ਜਿਹੜਾ ਨਾ ਇਹ ਤਹਿਰੀਕ ਹੁਣ ਇੰਨੀ ਗੱਜ ਵੱਜ ਕੇ ਜਾ ਰਹੀ ਹੈ ਕਿ ਭਾਰਤੀ ਹਕੂਮਤ ਹੁਣ ਇੰਜ ਬੈਠੀ ਹੈ ਕਿ ਓਹ ਹੋ ਹੁਣ ਅਸੀਂ ਇਸ ਤਹਿਰੀਕ ਨੂੰ ਕਿੱਦਾਂ ਰੋਕੀਏ, ਕਿਉਂਕਿ ਇਹ ਤਹਿਰੀਕ ਆਲਮੀ ਫੋਰਮਸ ਦੇ ਉੱਤੇ ਜਿਹੜਾ ਉਹ ਇੰਨੀ ਸ਼ਿੱਦਤ ਨਾਲ ਪੈਨੀਟ੍ਰੇਟ ਕਰ ਚੁੱਕੀ ਹੋਈ ਹੈ ਕਿ ਇਹਦਾ ਹੁਣ ਰੁਕਣਾ ਸਮਝ ਲਓ ਨਾਮੁਮਕਿਨ ਹੈ। ਬਹੁਤ ਸਾਰੇ ਰੈਫਰੈਂਡਮਸ ਹੋ ਰਹੇ ਨੇ, ਸਿੱਖਾਂ ਦੀ ਬਹੁਤ ਵੱਡੀ ਤਾਦਾਦ ਜਿਹੜੀ ਹੈ ਉਹ ਆਪਣੇ ਹੱਕ ਖੁਦ ਇਰਾਦਤ ਵਾਸਤੇ ਬਾਹਰ ਨਿਕਲਦੀ ਹੈ ਔਰ ਆਪਣੇ ਹੱਕ ਮੰਗਦੀ ਹੈ, ਆਪਣੇ ਜ਼ੁਲਮ ਦਾ, ਆਪਣੇ ਜਬਰ ਦਾ ਮੁਦਾਵਾ ਕਰਨਾ ਚਾਹੁੰਦੀ ਹੈ ਔਰ ਉਹ ਮੰਗਦੀ ਹੈ, ਪੁੱਛਦੀ ਹੈ, ਸਵਾਲ ਕਰਦੀ ਹੈ ਹਰ ਚੀਜ਼ ਦੇ ਬਾਰੇ 'ਚ, ਲੇਕਿਨ ਕੋਈ ਸੁਣਦਾ ਨਹੀਂ ਪਿਆ, ਲੇਕਿਨ ਸੁਣਵਾਈ ਹੋਵੇਗੀ ਜ਼ਰੂਰ। ਪਹਿਲੇ ਇਹ ਬਿਆਨੀਆ ਇੱਕ ਲਿਮਿਟਡ ਸਰਕਲ ਦੇ ਵਿੱਚ ਸੀ, ਲੇਕਿਨ ਹੁਣ ਪੂਰੀ ਦੁਨੀਆ ਦੇ ਵਿੱਚ ਇਹ ਖਾਲਿਸਤਾਨ ਦੀ ਤਹਿਰੀਕ ਦਾ ਜਿਹੜਾ ਹੈਗਾ ਬਿਆਨੀਆ ਇਹ ਪੂਰੀ ਦੁਨੀਆ ਦੇ ਵਿੱਚ ਫੈਲਦਾ ਜਾ ਰਿਹਾ ਹੈ। ਅੱਗੇ ਮਜ਼ੀਦ ਕੀ ਹੋਇਆ ਇਹ ਆਪਾਂ ਆਉਣ ਵਾਲੇ ਐਪੀਸੋਡ ਦੇ ਵਿੱਚ ਜਿਹੜਾ ਉਹਦਾ ਜ਼ਿਕਰ ਕਰਾਂਗੇ ਇਨਸ਼ਾਅੱਲਾ। ਮੇਰੀ ਕੋਸ਼ਿਸ਼ ਹੈ ਕਿ ਆਪਾਂ ਘੱਟੋ ਘੱਟ ਖਾਲਿਸਤਾਨ ਸੀਰੀਜ਼ ਦੇ 10 ਐਪੀਸੋਡਸ ਜਿਹੜੇ ਨੇ ਉਹ 10 ਐਪੀਸੋਡਸ ਰਿਕਾਰਡ ਕਰ ਰਹੇ ਹਾਂ ਆਪਾਂ। ਮੈਂ ਜਾਣਦੀ ਹਾਂ ਕਿ 10 ਐਪੀਸੋਡਸ ਦੇ ਵਿੱਚ ਖਤਮ ਕਰਨਾ ਖਾਲਿਸਤਾਨ ਦੀ ਸੀਰੀਜ਼ ਨੂੰ ਬੜਾ ਮੁਸ਼ਕਿਲ ਹੈ, ਲੇਕਿਨ ਆਪਾਂ ਵਾਈਂਡ ਅਪ ਕਰਾਂਗੇ 10 ਐਪੀਸੋਡਸ, ਫਿਰ ਆਪਾਂ ਨਵੀਂ ਸੀਰੀਜ਼ ਤੇ ਕੰਮ ਕਰਾਂਗੇ। ਲੇਕਿਨ ਉਸ ਤੋਂ ਪਹਿਲੇ ਇਹ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਆਪਣੇ ਹਲਕਾ ਅਹਿਬਾਬ 'ਚ ਵੀ ਸ਼ੇਅਰ ਕਰੋ। ਕੋਈ ਗਲਤੀ ਕੋਤਾਹੀ ਹੋ ਜਾਵੇ ਤਾਂ ਮੈਨੂੰ ਮੈਂਸ਼ਨ ਕਰ ਦਿਆ ਕਰੋ, ਮੇਰੀ ਇਸਲਾਹ ਕਰ ਦਿਆ ਕਰੋ। ਕੋਸ਼ਿਸ਼ ਇਹੀ ਹੈ ਕਿ ਆਪਣੇ ਕੀ ਨਾਲ ਲੈਂਦੇ ਨੇ ਫੋਲੋਅਰਸ ਜਿਹੜੇ ਨੇ ਉਹ ਘੱਟੋ ਘੱਟ 30,000 ਤੱਕ ਕਰ ਦਿਓ ਨਾ ਯਾਰ। ਪਿਆਰ ਨਾਲ ਮੰਨੋਗੇ ਜਾਂ ਗੁੱਸੇ ਨਾਲ ਸਮਝਾਈਏ ਫਿਰ ਤੁਹਾਨੂੰ, ਮਤਲਬ ਚਾਹੁੰਦੇ ਕੀ ਹੈ ਤੁਸੀਂ, ਲੇਕਿਨ ਕੋਈ ਨਹੀਂ, ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਕੋਲੋਂ, ਦਰਖਾਸਤ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਲਾਈਕ ਵੀ ਕਰਿਆ ਕਰੋ। ਬਹਰਹਾਲ ਮੈਨੂੰ ਹੁਣ ਤੇ ਤੁਸੀਂ ਇੱਥੋਂ ਇਜਾਜ਼ਤ, ਤੁਹਾਡਾ ਮੁਲਾਕਾਤ ਹੋਏਗੀ ਅਗਲੇ ਐਪੀਸੋਡ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਲ।